ਐਸਜੀਪੀਸੀ ਤੇ ਵਿਵਾਦ ਦਾ ਪੁਰਾਣਾ ਨਾਤਾ ਆ ਕਿਉਂਕਿ ਪਿੱਛੋਂ ਵੀ 328 ਸਰੂਪਾਂ ਦਾ ਵਿਵਾਦ, ਉਸ ਤੋਂ ਬਾਅਦ ਹੋਰ ਕਈ ਵਿਵਾਦ, ਹੁਣ ਨਵਾਂ ਪਤਾਸੇ ਪ੍ਰਸ਼ਾਦ ਨੂੰ ਲੈ ਕੇ ਜਿਹੜਾ ਆ ਉਹ ਵਿਵਾਦ ਸ਼ੁਰੂ ਹੋ ਗਿਆ। ਆਏ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਆਏ ਦਿਨ ਕਿਹਨੂੰ ਕਹਿੰਦੇ ਨੇ ਕਿ ਜਿਹੜਾ ਬਦਲਾਓ ਦੇ ਨਾਂ ਦੇ ਉੱਪਰ ਗੁਰਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਵਾ, ਉਹ ਸੰਗਤ ਦੇ ਸਾਹਮਣੇ ਆ। ਇੱਕ ਖੌਫ ਆਮ ਸੰਗਤ ਦੇ ਡਰ ਦੇ ਵਿੱਚ ਬਿਠਾਤਾ, ਟਾਸਕ ਫੋਰਸ ਦਾ, ਗੁੰਡਾਗਰਦੀ ਦਾ, ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ, ਗੁਰੂ ਘਰ ਦੇ ਵਿੱਚ ਕਿਤੇ ਨਾ ਕਿਤੇ ਗੁਰਮਰਿਆਦਾ ਦੀ ਘਾਣ ਆਏ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸ਼ਰੇਆਮ ਪੱਗਾਂ ਲੱਥ ਰਹੀਆਂ ਨੇ, ਕੋਈ ਧਿਆਨ ਹੀ ਨਹੀਂ ਆ। ਜਥੇਦਾਰ ਸਾਹਿਬ ਹੁਣੀ ਪਤਾ ਨਹੀਂ ਉਹ ਨਾਰੀਅਲ ਪੀਂਦੇ ਨਜ਼ਰ ਆਉਂਦੇ ਨੇ ਅੱਜ ਕੱਲ੍ਹ, ਠੀਕ ਆ, ਪਤਾ ਨਹੀਂ ਕਿਹੜਾ ਉਹਨਾਂ ਨਾਰੀਅਲ ਪੀ ਲਿਆ ਜਿਹਦੀ ਤਸੀਰ ਹੀ ਠੰਡੀ ਆ, ਕਿਤੇ ਬੋਲਦੇ ਹੀ ਨਹੀਂ। ਸਾਡੇ ਪੱਲੇ ਕੀ ਆ? ਸਾਡੇ ਪੱਲੇ ਸਿਰਫ ਮੰਗ ਪੱਤਰ ਦੇਣਾ ਵਾ ਜਾਂ ਵੱਧ ਤੋਂ ਵੱਧ ਪ੍ਰੋਟੈਸਟ ਕਰ ਲਾਂਗੇ, ਪ੍ਰੋਟੈਸਟ ਤੋਂ ਬਾਅਦ ਸਾਡੇ ਡਾਂਗਾ ਪੈਂਦੀਆਂ, ਆਹ ਸਾਡੇ ਪੱਲੇ ਆ ਭਾਈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀਗਾ ਤੇ ਉਸ ਵਿੱਚ ਜਿਹੜਾ ਪਤਾਸਾ ਸੀਗਾ ਉਸ ਨੂੰ ਵੀ ਇੱਕ ਅਹਿਮ ਰੋਲ ਦਿੱਤਾ ਗਿਆ ਸੀਗਾ, ਅਹਿਮ ਉਹਦੀ ਭੂਮਿਕਾ ਸੀਗੀ ਉਸ ਜਗ੍ਹਾ ਦੇ ਉੱਤੇ। ਹੁਣ ਵੀ ਜਦੋਂ ਪੰਜ ਸਿੰਘ ਸਾਹਿਬਾਨ ਜਾਂ ਪੰਜ ਪਿਆਰੇ ਜਦੋਂ ਅੰਮ੍ਰਿਤ ਪਾਨ ਕਰਵਾਉਂਦੇ ਨੇ, ਉਹਦੇ ਵਿੱਚ ਵੀ ਇਸ ਦੀ ਜਿਹੜੀ ਆ ਮਰਿਆਦਾ ਅਲੱਗ ਆ। ਜਦੋਂ ਲੋਕ ਦੇਸ਼ਾਂ ਤੇ ਵਿਦੇਸ਼ਾਂ 'ਚੋਂ ਆਉਂਦੇ ਸੀਗੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ, ਜੇਕਰ ਕੋਈ ਪ੍ਰਸ਼ਾਦ ਜਿਹੜਾ ਦੂਸਰਾ ਪ੍ਰਸ਼ਾਦ ਸੀਗਾ, ਕੜਾਹ ਪ੍ਰਸ਼ਾਦ ਸੀਗਾ, ਨਹੀਂ ਲੈ ਕੇ ਜਾ ਸਕਦੇ ਸੀਗੇ, ਲੇਕਿਨ ਉੱਥੇ ਜੋ ਪਤਾਸੇ ਦਾ ਪ੍ਰਸ਼ਾਦ ਸੀਗਾ ਉਹ ਲੈ ਕੇ ਜਾਂਦੇ ਸੀਗੇ। ਕਿਤੇ ਲੱਗਦਾ ਨਹੀਂ ਹੈ ਕਿ ਇਹਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਕੜਾਹ ਪ੍ਰਸ਼ਾਦ ਦੀ ਦੇਗ ਦੀ ਹਰ ਰੋਜ਼ ਦੀ ਜਿਹੜੀ ਪਰਚੀ ਹੈ ਨਾ, ਬਹੁਤ ਵੱਡੇ ਲੈਵਲ ਦੀ ਹੈ। ਇਹ ਆਮ ਵਿਚਾਰਾ ਬੰਦਾ ਸੋਚ ਵੀ ਨਹੀਂ ਸਕਦਾ। ਐਸਜੀਪੀਸੀ ਦੇ ਪ੍ਰਧਾਨਕਾਂ ਦੀ ਮੈਂ ਜੇ ਗੱਲ ਕਰਾਂ ਤੇ ਐਸਜੀਪੀਸੀ ਦੀ ਕੁਰਸੀ ਜਿਹੜੀ ਪ੍ਰਧਾਨ ਦੀ ਕੁਰਸੀ ਆ, ਮੇਰੇ ਖਿਆਲ ਦੇ ਨਾਲ ਸਵਾਏ ਬਦਨਾਮੀ ਤੋਂ ਇਹਨਾਂ ਦੇ ਝੋਲੀ ਹੋਰ ਪੈਂਦਾ ਕੁਝ ਨਹੀਂ ਆ। ਸੰਗਤ ਸਭ ਤੋਂ ਵੱਡੀ, ਕਿਉਂਕਿ ਸੰਗਤ ਦੇ ਸਿਰ ਤੇ ਹੀ ਇਹ ਅਦਾਰੇ ਚੱਲ ਰਹੇ ਨੇ, ਇਹ ਆਪਾਂ ਮਨੁੱਖ ਕਰ ਨਹੀਂ ਹੋ ਸਕਦੇ। ਤੇ ਜੇ ਤੁਸੀਂ ਸੰਗਤ ਦੀ ਸਲਾਹ ਜ਼ਰੂਰੀ ਸਮਝੋ ਤਾਂ ਮੰਜੀ ਸਾਹਿਬ ਦੇ ਵਿੱਚ ਹਰ ਜਾਤ ਪਾਤ ਦਾ ਮਨੁੱਖ ਉੱਥੇ ਬਹਿ ਕੇ ਕਥਾ ਸਰਵਣ ਕਰਦਾ। ਉੱਥੇ ਕਮ ਸੇ ਕਮ ਕਥਾ ਤੋਂ ਪਹਿਲਾਂ ਜਾਂ ਕਥਾ ਤੋਂ ਬਾਅਦ, ਜਿੱਦਾਂ ਤੁਸੀਂ ਆਮ ਸਿਆਸੀ ਕਾਨਫਰੰਸ ਰੱਖਦੇ ਹੋ, ਉੱਥੇ ਭਾਸ਼ਣ ਦਿੰਦੇ ਹੋ, ਮੁੱਦੇ ਰੱਖਦੇ ਹੋ, ਜਥੇਦਾਰ ਸਾਹਿਬ ਉੱਥੇ ਬੋਲਦੇ ਨਜ਼ਰ ਆਉਂਦੇ। ਕੀ ਗੱਲ ਅੱਜ ਜਥੇਦਾਰ ਸਾਹਿਬ ਉੱਥੇ ਬੋਲ ਨਹੀਂ ਸਕਦੇ? 2 ਦਿਨ ਟਾਈਮ ਕੱਢ ਕੇ ਉੱਥੇ ਸੰਗਤ ਦੱਸ ਨਹੀਂ ਸਕਦੇ ਕਿ ਸੰਗਤ ਜੀ ਆਹ ਚੀਜ਼ ਆ, ਇਹਦੇ ਵਿੱਚ ਅਸੀਂ ਆਹ ਬਦਲਾਅ ਲਿਆਉਣਾ ਚਾਹੁੰਦੇ ਹਾਂ। ਹੁਣ ਕਿਸਾਨੀ ਮੁੱਦਿਆਂ ਤੇ ਹਰ ਬੰਦਾ ਉੱਥੇ ਪਹੁੰਚਿਆ, ਟਰਾਲੀਆਂ ਟਰੈਕਟਰ ਲੈ ਕੇ। ਜਦੋਂ 328 ਸਰੂਪਾਂ ਦਾ ਇੱਥੇ ਉਹ ਹਾਲ ਸੀ, ਕੀ ਗੱਲ ਕਿਸਾਨੀ ਮੁੱਦਿਆਂ ਨਾਲੋਂ ਵੱਧ ਕੇ ਆ? ਕੀ 328 ਸਰੂਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਕੇ ਕਿਸਾਨੀ ਮੁੱਦੇ ਆ? ਦੁਨਿਆਵੀ ਮੁੱਦੇ ਆ, ਹੱਲ ਹੋ ਜਾਂਦੇ ਨੇ। ਪਰ ਜਿਹੜਾ ਸਾਡਾ ਰੂਹਾਨੀਅਤ ਦਾ ਕੇਂਦਰ ਆ, ਸਾਡਾ ਗੁਰੂ ਆ, ਸਾਡੇ ਸਿਰ ਦਾ ਤਾਜ ਆ, ਉਹਦੀ ਬੇਅਦਬੀ ਦਾ ਹੋ ਗਿਆ। ਤੇ ਮੈਂ ਕਹਿੰਦਾ ਜਨਤਾ ਇਕੱਠੀ ਨੂੰ ਉਦੋਂ ਕਿੱਥੇ ਗਏ ਸੀ ਸਾਰੇ ਰਾਜੇਵਾਲ ਦੂਜੇ ਤੇ ਜਿਹੜੇ ਸਾਰੇ? ਕੀ ਗੱਲ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਹੀਂ ਹੈ? ਸਾਨੂੰ ਆਰਐਸਐਸ ਤੋਂ ਖਤਰਾ ਨਹੀਂ ਆ, ਸਾਨੂੰ ਅੱਜ ਆਪਣਿਆਂ ਤੋਂ ਖਤਰਾ ਵਾ, ਜਿਹੜੇ ਸਾਡੇ ਕੁਰਸੀਆਂ ਤੇ ਕਾਬਜ ਹੋ ਕੇ ਬੈਠੇ ਨੇ, ਜਿਹੜੇ ਆਪਣੇ ਆਪ ਨੂੰ ਜਥੇਦਾਰ ਖਵਾਉਂਦੇ ਨੇ, ਆਪਣੇ ਆਪ ਨੂੰ ਪ੍ਰਧਾਨ ਖਵਾਉਂਦੇ ਨੇ, ਜਿਹੜੇ ਨਾ ਕੌਮ ਦੇ ਨੁਮਾਇੰਦੇ ਖਵਾਉਂਦੇ ਨੇ। ਸਾਨੂੰ ਖਤਰਾ ਜੋ ਨਾ ਤੋਂ ਆ ਮੇਰੇ ਵੀਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਿਵਾਦ ਦਾ ਪੁਰਾਣਾ ਨਾਤਾ ਹੈ। ਜੇਕਰ ਗੱਲ ਕੀਤੀ ਜਾਵੇ ਪੁਰਾਣੇ ਸਮੇਂ ਦੇ ਤੇ 328 ਸਰੂਪਾਂ ਨੂੰ ਲੈ ਕੇ ਲਗਾਤਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਜਥੇਬੰਦੀਆਂ ਵੱਲੋਂ ਘੇਰਿਆ ਜਾ ਰਿਹਾ ਸੀ ਅਤੇ ਲੰਮਾ ਸਮਾਂ ਉੱਥੇ ਪ੍ਰੋਟੈਸਟ ਵੀ ਕੀਤਾ ਗਿਆ, ਜਿਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਸਾਧ ਸੰਗਤ ਨੇ ਜ਼ਰੂਰ ਆਪਣੀ ਅੱਖਾਂ ਦੇ ਨਾਲ ਦੇਖਿਆ। ਜੇਕਰ ਗੱਲ ਕੀਤੀ ਜਾਵੇ ਹੁਣ ਦੀ, ਤਾਂ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਤਾਸੇ ਦਾ ਪ੍ਰਸ਼ਾਦ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਮਿਲਦਾ ਸੀ, ਉਸ ਨੂੰ ਵੀ ਹੁਣ ਬੰਦ ਕਰ ਦਿੱਤਾ ਗਿਆ, ਜਿਸ ਪਿੱਛੇ ਬੀਬੀ ਜਗੀਰ ਕੌਰ ਦੇ ਖਿਲਾਫ ਜੋ ਹੈ ਹੁਣ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਵੀ ਦਿੱਤੇ ਜਾ ਰਹੇ ਨੇ। ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸੰਤ ਸਿਪਾਹੀ ਗਰੁੱਪ ਤੋਂ ਦਵਿੰਦਰ ਵੀਰ ਜੀ। ਦਵਿੰਦਰ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਜਿਸ ਤਰ੍ਹਾਂ ਕਿ ਮੇਰੀ ਸ਼ੁਰੂਆਤ ਦੇ ਵਿੱਚ ਸੀਗਾ ਕਿ ਐਸਜੀਪੀਸੀ ਤੇ ਵਿਵਾਦ ਦਾ ਪੁਰਾਣਾ ਨਾਤਾ ਆ ਕਿਉਂਕਿ ਪਿੱਛੋਂ ਵੀ 328 ਸਰੂਪਾਂ ਦਾ ਵਿਵਾਦ, ਉਸ ਤੋਂ ਬਾਅਦ ਹੋਰ ਕਈ ਵਿਵਾਦ, ਹੁਣ ਨਵਾਂ ਪਤਾਸੇ ਪ੍ਰਸ਼ਾਦ ਨੂੰ ਲੈ ਕੇ ਜਿਹੜਾ ਆ ਉਹ ਵਿਵਾਦ ਸ਼ੁਰੂ ਹੋ ਗਿਆ। ਕਿਸ ਤਰ੍ਹਾਂ ਵੇਖਦੇ ਹੋ ਜੋ ਬੀਬੀ ਜੀ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਹੈ? ਸਭ ਤੋਂ ਪਹਿਲਾਂ ਤਾਂ ਵੀਰ ਜੀ, ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਐਸਜੀਪੀਸੀ ਦਾ ਵਿਵਾਦਾਂ ਦੇ ਨਾਲ ਬੜਾ ਮੁੜ ਤੋਂ ਪੁਰਾਣੀ ਸਾਂਝ ਜਿਹਨੂੰ ਕਹਿ ਰਹੇ ਤੁਸੀਂ, ਬੜੀ ਸ਼ਰਮ ਨਾਲ ਮੈਨੂੰ ਗੱਲ ਕਹਿਣੀ ਪੈਂਦੀ ਵੀ ਉਹਨਾਂ ਦੀ ਸਾਂਝ ਤੇ ਕੁਰਬਾਨੀਆਂ ਭਰੀ ਇਤਿਹਾਸ ਦੇ ਨਾਲ ਹੈਗੀ ਸੀ। ਪਰ ਰਾਜਨੀਤਿਕ ਪਾਰਟੀਆਂ ਦੇ ਦਬਾਅ ਹੇਠ ਆਣ ਕੇ ਮੈਂ ਕਹਿੰਦਾ ਜਿਹੜੀਆਂ ਅੱਜ ਇਹ ਕੁਤਾਹੀਆਂ ਕਰ ਰਹੇ ਨੇ, ਕਿਤੇ ਨਾ ਕਿਤੇ ਸਾਡਾ ਵੀ ਸ਼ਰਮ ਜਿਹੜਾ ਨਾ ਆਮ ਬੰਦੇ ਦਾ ਜਿਹੜਾ ਵਾ ਉਹ ਸਿਰ ਜਿਹੜਾ ਝੁਕਦਾ ਹੋਇਆ ਨਜ਼ਰ ਆਉਂਦਾ ਵਾ। ਇਹਨਾਂ ਦੀਆਂ ਕਮਜ਼ੋਰੀਆਂ ਕਰਕੇ, ਇਹਨਾਂ ਦੀਆਂ ਗਤੀਆਂ ਵਿਧੀਆਂ ਕਰਕੇ ਆਏ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਆਏ ਦਿਨ ਕਿਹਨੂੰ ਕਹਿੰਦੇ ਨੇ ਕਿ ਜਿਹੜਾ ਬਦਲਾਓ ਦੇ ਨਾਂ ਦੇ ਉੱਪਰ ਗੁਰਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਵਾ, ਉਹ ਸੰਗਤ ਦੇ ਸਾਹਮਣੇ ਆ। ਇੱਕ ਖੌਫ ਆਮ ਸੰਗਤ ਦੇ ਡਰ ਦੇ ਵਿੱਚ ਬਿਠਾਤਾ, ਟਾਸਕ ਫੋਰਸ ਦਾ, ਗੁੰਡਾਗਰਦੀ ਦਾ, ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ, ਗੁਰੂ ਘਰ ਦੇ ਵਿੱਚ ਕਿਤੇ ਨਾ ਕਿਤੇ ਗੁਰਮਰਿਆਦਾ ਦੀ ਘਾਣ ਆ। ਇਹ ਤੁਹਾਨੂੰ ਪਤਾ ਹੀ, ਜਿਵੇਂ ਤੁਸੀਂ ਪਹਿਲਾਂ ਬਿਆਨ ਕੀਤਾ 328 ਸਰੂਪਾਂ ਵੇਲੇ ਉਦੋਂ ਕੀ ਹੋਇਆ ਉੱਥੇ, ਇਹ ਚੀਜ਼ ਮੱਜਰ ਕਿਤੇ ਦੇਖਣ ਵਾਲਾ ਸੀ, ਕਿਤੇ
ਹਰ ਇੱਕ ਬੰਦੇ ਨੇ ਨਿਖੇਧੀ ਕੀਤੀ ਆ। ਜਿਹੜਾ ਆਮ ਬੰਦਾ ਜਿਹੜਾ ਗੁਰੂ ਘਰ 6 ਮਹੀਨੇ ਬਾਅਦ ਵੀ ਕਿਤੇ ਦੂਰੋਂ ਸ਼ਰਧਾ ਆਉਂਦਾ ਸੀ, ਕਿਤੇ ਨਾ ਕਿਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਯਾਰ ਵੀ ਨਹੀਂ, ਹੁਣ ਉਹ ਇਹ ਜਗ੍ਹਾ ਤੇ ਕਿਤੇ ਨਾ ਕਿਤੇ ਜਾ ਕੇ ਨਾ ਸੇਫਟੀ ਪੁਆਇੰਟ ਨਹੀਂ ਹੈਗਾ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸ਼ਰੇਆਮ ਪੱਗਾਂ ਲੱਥ ਰਹੀਆਂ ਨੇ, ਕੋਈ ਧਿਆਨ ਹੀ ਨਹੀਂ ਆ। ਜਥੇਦਾਰ ਸਾਹਿਬ ਹੁਣੀ ਪਤਾ ਨਹੀਂ ਉਹ ਨਾਰੀਅਲ ਪੀਂਦੇ ਨਜ਼ਰ ਆਉਂਦੇ ਨੇ ਅੱਜ ਕੱਲ੍ਹ, ਠੀਕ ਆ। ਪਤਾ ਨਹੀਂ ਕਿਹੜਾ ਉਹਨਾਂ ਨਾਰੀਅਲ ਪੀ ਲਿਆ ਜਿਹਦੀ ਤਸੀਰ ਹੀ ਠੰਡੀ ਆ, ਕਿਤੇ ਬੋਲਦੇ ਹੀ ਨਹੀਂ, ਕਿਤੇ ਉਹਨਾਂ ਦੀ ਜ਼ੁਬਾਨ ਬਾਹਰੋਂ ਨਿਕਲਦੀ ਨਹੀਂ। ਕੌਮ ਤਰਾਸ ਰਹੀ ਆ, ਦੋ ਫਾੜ ਹੋ ਰਹੀ ਆ। ਕਿਸਾਨੀ ਮੁੱਦਿਆਂ ਤੇ ਇੰਨਾ 6 ਮਹੀਨੇ ਹੋ ਗਏ ਨੇ, ਇੱਥੇ ਸਾਰੀ ਦੁਨੀਆ ਤੋਂ ਬਾਹਰੋਂ ਪੂਰੇ ਵਰਲਡ ਤੋਂ ਸਿੱਖ ਜਥੇਬੰਦੀਆਂ, ਆਮ ਸਿੱਖ ਬੰਦਾ ਇੱਥੇ ਪਹੁੰਚਿਆ, ਪਰ ਸਾਡੇ ਜਥੇਦਾਰ ਸਾਹਿਬ ਉੱਥੇ ਪਹੁੰਚੇ ਨਹੀਂ। ਕਾਰਨ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਉਹ ਪਿੱਛੋਂ ਹਾਈ ਕਮਾਂਡ ਦਾ ਹੁਕਮ ਨਹੀਂ ਹੁੰਦਾ ਨਾ, ਉਹ ਤੀਰ ਨਹੀਂ ਛੱਡਿਆ ਜਾਂਦਾ। ਉਹ ਜਦੋਂ ਤੀਰ ਛੱਡਦੇ ਨੇ ਤੇ ਇਹ ਉਦੋਂ ਹੀ ਬੋਲਦੇ ਨੇ, ਉਸ ਤੋਂ ਪਹਿਲਾਂ ਨਹੀਂ ਬੋਲਦੇ। ਅੱਜ ਵੀ ਇਹੀ ਕੰਮ ਹੋਣ ਡਿਆ। ਜਿਹੜਾ ਤੁਸੀਂ ਮੁੱਦੇ ਦੀ ਗੱਲ ਤੁਸੀਂ ਕਰ ਰਹੇ ਹੋ, ਉਹਦੇ ਵਿੱਚ ਵੀ ਹਰ ਇੱਕ ਜਥੇਬੰਦੀਆਂ ਨੇ, ਟਕਸਾਲ ਦੇ ਬੰਦਿਆਂ ਨੇ ਵੀ ਜਿਹੜਾ ਵਾ ਉਹ ਸਿੰਘ ਸਾਹਿਬ ਨੂੰ ਮੰਗ ਪੱਤਰ ਦਿੱਤੇ। ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾ ਰਹੇ ਹਾਂ ਮੰਗ ਪੱਤਰ। ਸਾਡੇ ਪੱਲੇ ਕੀ ਹੈ? ਸਾਡੇ ਪੱਲੇ ਸਿਰਫ ਮੰਗ ਪੱਤਰ ਦੇਣਾ ਵਾ, ਜਾਂ ਵੱਧ ਤੋਂ ਵੱਧ ਪ੍ਰੋਟੈਸਟ ਕਰ ਲਾਂਗੇ। ਪ੍ਰੋਟੈਸਟ ਤੋਂ ਬਾਅਦ ਸਾਡੇ ਡਾਂਗਾ ਪੈਂਦੀਆਂ, ਆਹ ਸਾਡੇ ਪੱਲੇ ਆ ਭਾਈ। ਕੀ ਲੱਗਦਾ ਨਹੀਂ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀਗਾ ਤੇ ਉਸ ਵਿੱਚ ਜਿਹੜਾ ਪਤਾਸਾ ਸੀਗਾ ਉਸ ਨੂੰ ਵੀ ਇੱਕ ਅਹਿਮ ਰੋਲ ਦਿੱਤਾ ਗਿਆ ਸੀਗਾ, ਅਹਿਮ ਉਹਦੀ ਭੂਮਿਕਾ ਸੀਗੀ ਉਸ ਜਗ੍ਹਾ ਤੇ ਉੱਤੇ। ਹੁਣ ਵੀ ਜਦੋਂ ਪੰਜ ਸਿੰਘ ਸਾਹਿਬਾਨ ਜਾਂ ਪੰਜ ਪਿਆਰੇ ਜਦੋਂ ਅੰਮ੍ਰਿਤ ਪਾਨ ਕਰਵਾਉਂਦੇ ਨੇ, ਉਹਦੇ ਵਿੱਚ ਵੀ ਇਸ ਦੀ ਜਿਹੜੀ ਆ ਮਰਿਆਦਾ ਅਲੱਗ ਆ। ਜਦੋਂ ਲੋਕ ਦੇਸ਼ਾਂ ਤੇ ਵਿਦੇਸ਼ਾਂ 'ਚੋਂ ਆਉਂਦੇ ਸੀਗੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ, ਜੇਕਰ ਕੋਈ ਪ੍ਰਸ਼ਾਦ ਜਿਹੜਾ ਦੂਸਰਾ ਪ੍ਰਸ਼ਾਦ ਸੀਗਾ, ਕੜਾਹ ਪ੍ਰਸ਼ਾਦ ਸੀਗਾ, ਨਹੀਂ ਲੈ ਕੇ ਜਾ ਸਕਦੇ ਸੀਗੇ, ਲੇਕਿਨ ਉੱਥੇ ਜੋ ਪਤਾਸੇ ਦਾ ਪ੍ਰਸ਼ਾਦ ਸੀਗਾ ਉਹ ਲੈ ਕੇ ਜਾਂਦੇ ਸੀਗੇ। ਕਿਤੇ ਲੱਗਦਾ ਨਹੀਂ ਹੈ ਕਿ ਇਹਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਗੁਰੂ ਸਾਹਿਬਾਨ ਦੇ ਜੋ ਸਿਧਾਂਤ ਸੀ ਉਹਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਪ੍ਰਸ਼ਾਦ ਦੀ ਜਿਹੜੀ ਗੱਲ ਆ ਨਾ, ਪੰਥ ਦੇ ਵਿੱਚ 5 ਪ੍ਰਸ਼ਾਦ ਜਿਹੜੇ ਮਹਾਂ ਮੰਨੇ ਗਏ ਨੇ। ਤੁਸੀਂ ਉਹਨੂੰ ਕੜਾਹ ਪ੍ਰਸ਼ਾਦ ਸਭ ਤੋਂ ਪਵਿੱਤਰ ਮੰਨਿਆ ਗਿਆ, ਗੁੜ ਵੀ ਇੱਕ ਪ੍ਰਸ਼ਾਦ ਦਾ ਰੂਪ ਮੰਨਿਆ ਗਿਆ, ਪਤਾਸੇ ਵੀ ਇੱਕ ਪ੍ਰਸ਼ਾਦ ਦਾ ਰੂਪ ਮੰਨਿਆ ਗਿਆ, ਫਰੂਟ ਵੀ ਇੱਕ ਮੰਨਿਆ ਗਿਆ, ਪਲੱਸ ਫੁੱਲੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਵੀ ਪ੍ਰਸ਼ਾਦ ਦੇ ਰੂਪ ਤੁਸੀਂ ਆਮ ਦੇਖਿਆ ਵਰਤਾਇਆ ਜਾਂਦਾ ਵਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ। ਹੁਣ ਗੱਲ ਇਸ ਤਰ੍ਹਾਂ ਵਾ ਕਿ ਜਿਹੜਾ ਪਤਾਸੇ ਦਾ ਸਿੱਖ ਧਰਮ ਦੇ ਨਾਲ ਬੜਾ ਗਹਿਰਾ ਸੰਬੰਧ ਆ ਪਹਿਲੇ ਦਿਨ ਤੋਂ ਹੀ। ਭਾਈ ਮਣੀ ਸਿੰਘ ਜੀ ਨੇ ਇਹ ਜਿਹੜੀ ਚੀਜ਼ ਇਹ ਆ, ਇਹ ਪਹਿਲੇ ਦਿਨ ਤੋਂ ਹੀ ਪੁਰਾਤਨ ਗੁਰੂ ਸਾਹਿਬ ਵੇਲੇ ਤੋਂ ਹੀ ਪਤਾਸੇ ਦਾ ਪ੍ਰਸ਼ਾਦ ਚੱਲਦਾ ਆ ਰਿਹਾ। ਭਾਈ ਮਣੀ ਸਿੰਘ ਜੀ ਨੇ ਦਰਬਾਰ ਸਾਹਿਬ ਦੇ ਅੰਦਰ ਇਹ ਮਰਿਆਦਾ ਨੂੰ ਪ੍ਰਚਲਿਤ ਕੀਤਾ ਤੇ ਚੱਲਦਾ ਰਹਿਣ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਤੱਕ। ਅਸੀਂ ਜਾਂਦੇ ਸੀ, ਜਦੋਂ ਤੁਸੀਂ ਆਮ ਬੰਦਾ ਦੇਖੋ ਕਿ ਰੁਮਾਲਾ ਸਾਹਿਬ ਆ, ਤੁਸੀਂ ਜਦੋਂ ਪੇਂਟ ਕਰਦੇ ਹੋ ਉਹਦੇ ਸੰਬੰਧ ਦੇ ਵਿੱਚ ਇੱਕ ਸ਼ੁਕਰਾਨੇ ਵਜੋਂ ਜਾਂ ਗੁਰੂ ਸਾਹਿਬ ਦਾ ਇੱਕ ਆਸ਼ੀਰਵਾਦ ਵਜੋਂ ਤੁਹਾਨੂੰ ਇੱਕ ਸਰਪਾਓ ਦਿੰਦੇ ਨੇ, ਜਿਹਦੇ 'ਚ ਇੱਕ ਪਤਾਸਾ ਹੁੰਦਾ ਸੀ। ਪਤਾਸਾ ਪ੍ਰਸ਼ਾਦ ਰੂਪੀ ਹੁੰਦਾ ਸੀ। ਇਹ ਪਤਾਸਾ ਜਿਹੜਾ ਵਾ ਤੁਸੀਂ ਕਹਿ ਲਓ ਕਿ ਕੜਾਹ ਪ੍ਰਸ਼ਾਦ ਕੁਝ ਸਮੇਂ ਤੱਕ ਜਿਹੜਾ ਵਾ ਉਹ ਰਹਿੰਦਾ ਵਾ, ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਖਰਾਬ ਹੁੰਦਾ ਨਜ਼ਰ ਆਉਂਦਾ, ਖਾਣ ਯੋਗ ਨਹੀਂ ਰਹਿੰਦਾ ਕਹਿ ਸਕਦੇ ਆਪਾਂ ਨੂੰ। ਅਤੇ ਪਤਾਸਾ ਜਿਹੜਾ ਵਾ ਉਹ ਲੌਂਗ ਟਾਈਮ ਤੱਕ ਰਹਿੰਦਾ ਵਾ। ਘਰਾਂ ਦੇ ਵਿੱਚ ਅਸੀਂ ਆਮ ਵੇਖਿਆ ਸੀ, ਨਿੱਕੇ ਹੁੰਦੇ ਸੀ ਸਾਡੇ ਮਾਂ ਪਿਓ ਜਾਂਦੇ ਸੀ ਅਤੇ ਸਾਡੇ ਘਰਾਂ ਦੇ ਵਿੱਚ ਜਿਹੜਾ ਖੰਡ ਵਾਲਾ ਡੱਬਾ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਪਤਾਸਾ ਹੁੰਦਾ ਸੀ, ਅਤੇ ਨਹੀਂ ਸੀ ਉਂਝ ਕੋ ਖਾਂਦਾ ਤਾਂ ਉਹਨੂੰ ਚਾਹ 'ਚ ਪਾਉਂਦੇ ਸੀ ਅੰਮ੍ਰਿਤ ਰੂਪੀ। ਉਹ ਚਾਹ ਸਾਰੇ ਪਰਿਵਾਰ ਨੂੰ ਮਿਲ ਜਾਂਦੀ ਸੀ ਪ੍ਰਸ਼ਾਦ ਦੇ ਤੌਰ 'ਤੇ। ਫਿਰ ਇਹਨੂੰ ਬਾਹਰ ਜਾ ਕੇ ਜਿਹੜੇ ਸਾਡੇ ਭੈਣ ਭਰਾ ਬਾਹਰ ਰਹਿੰਦੇ ਨੇ ਉਹਨਾਂ ਵਾਸਤੇ ਕੈਰੀ ਕਰਨਾ ਸੌਖਾ ਹੋ ਜਾਂਦਾ ਸੀ। ਉਸ ਤੋਂ ਬਾਅਦ ਜਿਹੜਾ ਵਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਪਾਣ ਦਾ ਬਾਟਾ ਤਿਆਰ ਕਰਵਾਇਆ ਅਤੇ ਮਾਤਾ ਜੀ ਨੇ ਉਹ ਪਤਾਸੇ ਜਿਹੜੇ ਸੀ ਉਹ ਖੰਡੇ ਬਾਟੇ ਦੇ ਵਿੱਚ ਪਾਏ, ਇੱਕ ਉਹਨੂੰ ਮਿੱਠਾ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਉਹਦੇ 'ਚ ਪੰਥ ਦੇ ਵਿੱਚ ਇੱਕ ਮਿਠਾਸ ਲਿਆਉਣ ਦੀ ਕੋਸ਼ਿਸ਼ ਕੀਤੀ ਕਹਿ ਲਓ। ਬੜੇ ਉਹਦੇ ਆਪਾਂ ਉਹਦੇ ਮਤਲਬ ਕੱਢ ਸਕਦੇ ਇਹਦੇ, ਹੈ ਨਾ। ਸੋ ਕਿਤੇ ਨਾ ਕਿਤੇ ਉਹਦੇ ਨਾਲ ਵੀ ਗਹਿਰਾ ਸੰਬੰਧ ਹੈਗਾ ਵਾ। ਨੰਬਰ 2, ਪਿੰਡਾਂ ਦੇ ਵਿੱਚ ਚੱਲ ਜਾਓ ਤੁਸੀਂ ਅਤੇ ਦੇਖੋ ਕਿ ਆਮ ਮੈਂ ਜਾਂਦਾ ਵਾ ਅਤੇ ਪਿੰਡਾਂ ਦੇ ਵਿੱਚ ਕਿ 10-10 20 ਰੁਪਏ ਵਿਚਾਰੇ ਸਾਡੇ ਆਮ ਗੁਰਦੁਆਰੇ 'ਚ ਇਕੱਠੇ ਕਰਦੇ ਆ ਅਤੇ ਮਹਾਂ ਕੜਾਹ ਪ੍ਰਸ਼ਾਦ ਦੀ ਦੇਖ ਜੋਗੇ ਸੰਗਰਾਂਦ ਅਤੇ ਭੇਟਾ ਇਕੱਠੀ ਹੁੰਦੀ ਆ, ਠੀਕ ਆ। ਫਿਰ ਉਹ ਕਈ ਪਿੰਡਾਂ ਦੇ ਵਿੱਚ ਗੁਰਦੁਆਰੇ ਇਹੋ ਜਿਹੇ ਨੇ ਜਿਹੜੇ ਕੜਾਹ ਪ੍ਰਸ਼ਾਦ ਰੈਗੂਲਰ ਨਹੀਂ ਬਣਾ ਸਕਦੇ, ਤੋਂ ਵਿਚਾਰੇ ਪਤਾਸੇ ਫੁੱਲੀਆਂ ਜਿਹੜਾ ਵਾ ਉਹ ਦੇ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੰਗਤ ਨੂੰ ਦਿੰਦੇ ਨੇ ਉਹ। ਪਰ ਇਹਨਾਂ ਨੇ ਜਿਹੜਾ ਕਹਿੰਦੇ ਨੇ ਕਿ ਬਦਲਾਓ ਦੇ ਵਿੱਚ ਕਿ ਨਹੀਂ ਕੜਾਹ ਪ੍ਰਸ਼ਾਦ ਖਰਾਬ ਹੋ ਜਾਂਦਾ ਅਤੇ ਇੱਕ ਪਿੰਨੀ ਪ੍ਰਸ਼ਾਦ ਸ਼ੁਰੂ ਕਰ ਲਿਆ, ਜਿਹੜਾ ਪੰਜੀਰੀ ਪ੍ਰਸ਼ਾਦ ਜਾਂ ਪਿੰਨੀ ਜੋ ਵੀ ਹੁੰਦਾ ਨਾ। ਸੋ ਇਹ ਹੈ, ਵੇਖਿਆ ਜਾਵੇ ਤਾਂ ਕੜਾਹ ਪ੍ਰਸ਼ਾਦ ਗੁਰੂ ਸਾਹਿਬ ਦੀ ਹਜ਼ੂਰੀ 'ਚ ਹੁੰਦਾ। ਦੇਗ ਜਦੋਂ ਆਉਂਦੀ ਆ ਗੁਰੂ ਸਾਹਿਬ ਦੀ ਇੱਕ ਉਹਦੀ ਵੱਖਰੀ ਮਰਿਆਦਾ, ਬਣਾਉਣ ਤੋਂ ਲੈ ਕੇ ਵਰਤਾਉਣ ਤੱਕ ਦੀ। ਫਿਰ ਬਕਾਇਦਾ ਉਹਨੂੰ ਭੋਗ ਲਾਇਆ ਜਾਂਦਾ ਵਾ। ਅਰਦਾਸ ਕਰਨ ਤੋਂ ਬਾਅਦ ਫਿਰ ਕਿਤੇ ਜਾ ਕੇ ਉਹ ਕਿਤੇ ਅਸੀਤ ਪ੍ਰਸ਼ਾਦ ਜਿਹੜਾ ਉਹ ਸੰਗਤ ਵਰਤਾਇਆ ਦਿੰਦਾ। ਇਹ ਜਿਹੜਾ ਮੈਂ ਕਹਿੰਦਾ ਪੰਜੀਰੀ ਪ੍ਰਸ਼ਾਦ ਆ, ਜਸਟ ਇੱਕ ਇਹ ਕਰਕੇ ਮੁੱਦਾ ਇਹਨਾਂ ਨੇ ਰੱਖ ਲਿਆ ਕਿ ਯਾਰ ਬਾਹਰ ਖੜਨਾ ਸੌਖਾ ਹੋ ਜਾਂਦਾ ਜਾਂ ਖਰਾਬ ਨਹੀਂ ਹੁੰਦਾ। ਇਹ ਤਾਂ ਮਾਰਕੀਟਿੰਗ ਤਾਂ ਨਹੀਂ ਨਾਲ ਇਹਦੀ ਵੀ ਭਾਜੀ, ਇਹਦੇ 'ਚ ਸ਼ੱਕ ਕੋਈ ਨਹੀਂ। ਵੇਖੋ, ਦੋ ਚੀਜ਼ਾਂ ਹੁੰਦੀਆਂ ਨੇ। ਦੁਕਾਨਾਂ ਖੁੱਲ ਗਈਆਂ ਕਹਿਣ ਦਾ ਮਤਲਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੋਈ ਭਾਜੀ ਮੈਂ ਕਹਿੰਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਕੜਾਹ ਪ੍ਰਸ਼ਾਦ ਦੀ ਦੇਗ ਦੀ ਹਰ ਰੋਜ਼ ਦੀ ਜਿਹੜੀ ਪਰਚੀ ਹੈ ਨਾ, ਬਹੁਤ ਵੱਡੇ ਲੈਵਲ ਦੀ ਹੈ। ਇਹ ਆਮ ਵਿਚਾਰਾ ਬੰਦਾ ਸੋਚ ਵੀ ਨਹੀਂ ਸਕਦਾ। ਨੰਬਰ 2, ਗੁਰੂ ਦਾ ਅਤੇ ਗੋਲਕ ਦਾ ਬੜਾ ਨਜ਼ਦੀਕੀ ਦਾ ਰਿਸ਼ਤਾ ਵਾ। ਗੋਲਕ
ਤੇ ਗੁਰੂ ਬਿਲਕੁਲ ਨੇੜੇ ਨੇੜੇ ਰਹਿੰਦੇ ਨੇ, ਗੁਰੂ ਸਾਹਿਬ ਅੱਗੇ ਹੁੰਦੇ ਨੇ। ਇਹ ਜਿਹੜਾ ਅੱਜ ਕੱਲ੍ਹ ਦਾ ਸਾਡਾ ਪ੍ਰਬੰਧਕੀ ਢਾਂਚਾ ਵਾ, ਇਹ ਬਹੁਤਾਂਤ ਜਿਹੜਾ 99% ਲੋਕ ਜਿਹੜੇ ਨੇ ਉਹ ਗੋਲਕ ਤੱਕ ਸੀਮਿਤ ਰਹਿੰਦੇ ਨੇ। ਚੈੱਕ ਕੱਟਣੇ, ਚੈੱਕ ਦੇਣੇ, ਪੈਸੇ ਦਾ ਲੈਣ ਦੇਣ। ਕੋਈ ਕਰਮਾ ਭਾਗਾਂ ਵਾਲਾ ਪ੍ਰਧਾਨ ਇੱਕ ਹੋਏਗਾ ਗੁਰਦੁਆਰੇ ਦਾ ਜਾਂ ਪ੍ਰਬੰਧਕ ਕਮੇਟੀ ਦਾ ਜਿਹੜਾ ਗੋਲਕ ਨੂੰ ਟੱਪ ਕੇ ਗੁਰੂ ਤੱਕ ਪਹੁੰਚਦਾ ਵਾ, ਤੇ ਜਿਹੜਾ ਨਿਰਭਉ ਨਿਰਵੈਰ ਹੋ ਕੇ ਜਿਹੜੀ ਗੁਰੂ ਦੀ ਸੇਵਾ ਕਰਦਾ, ਤੇ ਗੁਰੂ ਸਾਹਿਬ ਉਹ 'ਤੇ ਬਖਸ਼ਿਸ਼ ਵੀ ਕਰਦੇ ਆ। SGPC ਦੇ ਪ੍ਰਧਾਨਕਾਂ ਦੀ ਮੈਂ ਜੇ ਗੱਲ ਕਰਾਂ ਤੇ SGPC ਦੀ ਕੁਰਸੀ ਜਿਹੜੀ ਪ੍ਰਧਾਨ ਦੀ ਕੁਰਸੀ ਆ, ਮੇਰੇ ਖਿਆਲ ਦੇ ਨਾਲ ਸਵਾਏ ਬਦਨਾਮੀ ਤੋਂ ਇਹਨਾਂ ਦੇ ਝੋਲੀ ਹੋਰ ਪੈਂਦਾ ਕੁਝ ਨਹੀਂ ਆ। ਬੜੇ ਕਾਰਜ ਜਗੀਰ ਕੌਰ ਹੋਣਾ ਪਹਿਲਾ ਲੱਗਦਾ ਹੁਣ ਇਸ ਟਨਿਓਰ ਦਾ ਪਹਿਲਾ ਜਿਹੜਾ ਵਿਵਾਦ ਆ, ਇਹ ਜਿਹੜਾ ਪ੍ਰਸ਼ਾਦ ਦੇ ਤੌਰ ਤੇ ਜਿਹੜਾ ਪਤਾਸਾ ਪ੍ਰਸ਼ਾਦ ਆ, ਇਹਦੇ ਤੌਰ ਤੇ ਜਿਹੜਾ ਛਿੜਦਾ ਹੋਇਆ ਨਜ਼ਰ ਆ ਰਿਹਾ। ਕੀ ਲੱਗਦਾ ਕਿ ਇਹਨੂੰ ਸਾਂਭ ਪਾਣਗੇ? ਵੀਰ ਜੀ, ਮੈਂ ਬੇਨਤੀ ਕੀਤੀ ਸੀ ਲਾਸਟ ਟਾਈਮ ਵੀ ਕਿ ਦੇਖੋ, ਗੁਰੂ ਘਰ ਦੇ ਵਿੱਚ ਸਭ ਤੋਂ ਸਰਵ ਉੱਚ ਜਿਹੜੀ ਮੰਨੀ ਜਾਂਦੀ ਨਾ, ਕੌਣ ਮੰਨਿਆ ਜਾਂਦਾ ਵਾ? ਸੰਗਤ। ਸੰਗਤ ਆ ਜਿਹਦੀ ਗੁਰੂ ਸਾਹਿਬ ਨੇ ਨਹੀਂ ਮੋੜੀ। ਸੰਗਤ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋੜੇ ਝਾੜ ਦੇ ਨਜ਼ਰ ਆਉਂਦੇ ਨੇ, ਇਤਿਹਾਸ ਗਵਾਹ। ਇੱਕ ਸੰਗਤ ਸੀ, ਉਹਨਾਂ ਦੇ ਕਹਿਣ ਦੇ ਉੱਪਰ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਦਾ ਰਿਸ਼ਤਾ ਨਹੀਂ ਸੀ ਲਿਆ, ਤੱਤੀ ਤਵੀ ਤੇ ਬਹਿ ਗਏ, ਪਰ ਸੰਗਤ ਦਾ ਕਹਿਣਾ ਨਹੀਂ ਮੋੜਿਆ। ਮੈਂ ਉਦੋਂ ਵੀ ਇੱਕ ਤੁਹਾਡੇ ਨਿੱਜੀ ਚੈਨਲ ਤੇ ਮੈਂ ਕਿਹਾ ਸੀ ਕਿ ਜਦੋਂ 328 ਸਰੂਪਾਂ ਦਾ ਮੇਲਾ ਸੀ ਕਿ ਗੁਰੂ ਘਰ ਦੀ ਮਤਲਬ ਜਦੋਂ ਅਸੀਂ ਦੇਖ ਰੇਖ ਕਰਦੇ ਹਾਂ, ਉਹਦੇ ਵਿੱਚ ਮੈਨੇਜਮੈਂਟ ਕਰਦੇ ਹਾਂ, ਤੇ ਕੁਝ ਨਵੀਂ ਚੀਜ਼ ਲੈ ਕੇ ਆਉਣੀ ਹੁੰਦੀ ਨਾ, ਤੇ ਉਹਦੇ ਵਾਸਤੇ ਇੱਕ ਖਰੜਾ ਤਿਆਰ ਕਰਨਾ ਪੈਂਦਾ ਵਾ। ਮੰਜੀ ਸਾਹਿਬ ਦੇ ਵਿੱਚ ਕਥਾ ਹੁੰਦੀ ਆ ਹਰ ਰੋਜ਼ ਘੰਟਾ ਡੇਢ ਘੰਟਾ, ਉੱਥੇ ਪਿੰਡਾਂ ਦੇ ਲੋਕ, ਸ਼ਹਿਰਾਂ ਦੇ ਲੋਕ ਬੜੇ ਆਣ ਕੇ ਬਹਿੰਦੇ ਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ SGPC ਦੇ ਪ੍ਰਧਾਨਾਂ ਨੂੰ ਵੀ, ਸਕੱਤਰਾਂ ਨੂੰ ਵੀ, ਕਿ ਜੇ ਤੁਸੀਂ ਚਾਹੁੰਦੇ ਹੋ ਵੀ ਸੰਗਤ ਸਭ ਤੋਂ ਵੱਡੀ, ਕਿਉਂਕਿ ਸੰਗਤ ਦੇ ਸਿਰ ਤੇ ਹੀ ਇਹ ਅਦਾਰੇ ਚੱਲ ਰਹੇ ਨੇ, ਇਹ ਆਪਾਂ ਮਨੁੱਕਰ ਨਹੀਂ ਹੋ ਸਕਦੇ, ਤੇ ਜੇ ਤੁਸੀਂ ਸੰਗਤ ਦੀ ਸਲਾਹ ਜ਼ਰੂਰੀ ਸਮਝੋ ਤਾਂ ਮੰਜੀ ਸਾਹਿਬ ਦੇ ਵਿੱਚ ਹਰ ਜਾਤ ਪਾਤ ਦਾ ਮਨੁੱਖ ਉੱਥੇ ਬਹਿ ਕੇ ਕਥਾ ਸਰਵਣ ਕਰਦਾ। ਉੱਥੇ ਕਮ ਸੇ ਕਮ ਕਥਾ ਤੋਂ ਪਹਿਲਾਂ ਜਾਂ ਕਥਾ ਤੋਂ ਬਾਅਦ, ਜਿੱਦਾਂ ਤੁਸੀਂ ਆਮ ਸਿਆਸੀ ਕਾਨਫਰੰਸ ਰੱਖਦੇ ਹੋ, ਉੱਥੇ ਭਾਸ਼ਣ ਦਿੰਦੇ ਹੋ, ਮੁੱਦੇ ਰੱਖਦੇ ਹੋ, ਜਥੇਦਾਰ ਸਾਹਿਬ ਉੱਥੇ ਬੋਲਦੇ ਨਜ਼ਰ ਆਉਂਦੇ। ਕੀ ਗੱਲ ਅੱਜ ਜਥੇਦਾਰ ਸਾਹਿਬ ਉੱਥੇ ਬੋਲ ਨਹੀਂ ਸਕਦੇ? 2 ਦਿਨ ਟਾਈਮ ਕੱਢ ਕੇ ਉੱਥੇ ਸੰਗਤ ਦੱਸ ਨਹੀਂ ਸਕਦੇ ਕਿ ਸੰਗਤ ਜੀ ਆਹ ਚੀਜ਼ ਆ, ਇਹਦੇ ਵਿੱਚ ਅਸੀਂ ਆਹ ਬਦਲਾਅ ਲਿਆਉਣਾ ਚਾਹੁੰਦੇ ਹਾਂ, ਤੁਸੀਂ ਦੱਸੋ। ਤੁਹਾਡੇ ਸਨਮੁਖ ਆਪਾਂ ਬੇਨਤੀ ਰੱਖਦੇ ਹਾਂ ਵੀ ਸੰਗਤ ਦੇ ਅੱਗੇ ਕਿ ਸੰਗਤ ਕੀ ਚਾਹੁੰਦੀ ਆ। ਆਪੋ ਆਪਣੇ ਸੁਝਾਅ ਅੱਧਾ ਪੌਣਾ ਘੰਟਾ ਉੱਥੇ ਬਹਿਸ ਹੋਵੇ, ਸੰਗਤ ਦੇ ਸੁਝਾਅ ਲੈ ਜਾਣ, ਠੀਕ ਆ। ਇਹ ਨਹੀਂ ਆ ਜੇ ਸੰਗਤ ਕਹਿੰਦੀ ਆ ਵੀ ਹਾਂਜੀ ਭਾਜੀ ਇਹ ਮਨਜ਼ੂਰ ਆ, ਆਪਾਂ ਨੂੰ ਗੱਲ ਸਮਝ ਆਉਂਦੀ ਆ, ਤੇ ਕਮ ਸੇ ਕਮ ਉਹ ਫੈਸਲਾ ਕਰ ਲੈਣ। ਕਮ ਸੇ ਕਮ ਆ ਜਿਹੜਾ ਵਿਵਾਦ ਖੜੇ ਹੁੰਦੇ ਨੇ ਆਮ ਜਨਤਾ ਦੇ ਵਿੱਚ, ਇਹ ਨਾ ਹੋਣ। ਕਿਉਂਕਿ ਜਿਹੜਾ ਤੁਸੀਂ ਅੱਜ ਤੁਸੀਂ ਪਤਾਸਿਆਂ ਦੀ ਗੱਲ ਕਰ ਰਹੇ ਹੋ, ਹਰ ਰੋਜ਼ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਠੀਕ ਆ। ਸਾਨੂੰ ਵੀ ਇਸ ਗੱਲ ਦਾ ਅੱਜ ਸਵੇਰੇ ਪਤਾ ਲੱਗਾ, ਕੱਲ੍ਹ, ਕਿ ਇਹ ਚੀਜ਼ ਹੋ ਗਈ ਆ। ਕਿਉਂਕਿ ਅਸੀਂ ਜਾਂਦੇ ਆ, ਜ਼ਰੂਰੀ ਤਾਂ ਵੀ ਹਰ ਵਾਰੀ ਹੀ ਰੁਮਾਲਾ ਸਾਹਿਬ ਲੈ ਕੇ ਜਾਂਦੇ ਆ ਜਾਂ 100 ਰੁਪਈਆ 200 ਰੁਪਈਆ ਰੱਖ ਕੇ ਮੱਥਾ ਟੇਕਦੇ ਆ। ਭਾਈ ਕਿਸੇ ਵੇਲੇ ਕੋਈ ਗਰੀਬ ਬੰਦਾ ਹੁੰਦਾ 10 ਰੁਪਈਏ ਦੀ ਭੇਟਾ ਵੀ ਰੱਖਦਾ, ਕੋਈ ਇਹੋ ਜਿਹਾ ਭਰਾ ਵੀ ਹੋਊਗਾ ਵੀ ਜਿਹੜਾ ਵਿਦਆਊਟ ਪੈਸਿਆਂ ਤੋਂ ਵੀ ਭੇਟਾ ਤੋਂ ਵੀ ਮੱਥਾ ਟੇਕਦਾ। ਰੱਬ ਨੇ ਇਹ ਤਾਂ ਨਹੀਂ ਕਿਹਾ ਕਿ ਮੈਨੂੰ ਤੁਸੀਂ ਗੋਲਕ 'ਚ ਪੈਸੇ ਪਾਓ ਫਿਰ ਨਾ। ਸੋ ਹਰ ਇੱਕ ਦੀ ਆਸਥਾ ਵਾ। ਹੁਣ ਇਹ ਚੀਜ਼ ਸਾਡੀ ਨਿੱਕੀ ਜਿਹੀ ਚੀਜ਼ ਸੀ, ਇਹਨੂੰ ਆਪਾਂ ਇੱਕ ਨਹੀਂ ਵੇਖਿਆ ਕਿ ਚੱਲ ਯਾਰ ਬਾਬੇ ਬੈਠੇ ਹੁੰਦੇ ਨੇ ਜਾਂ ਉੱਥੇ ਸਿੰਘ ਸਾਹਿਬ ਬੈਠੇ ਹੁੰਦੇ, ਅਸੀਂ ਮੱਥਾ ਟੇਕੀ ਦਾ 10 ਮਿੰਟ ਨਮਸਕਾਰ ਕਰ, ਤੁਹਾਨੂੰ ਪਤਾ ਉੱਥੇ ਕਿੰਨਾ ਕੁ ਟਾਈਮ ਲੱਗਦਾ ਆਮ ਬੰਦੇ ਨੂੰ। ਤੇ ਜ਼ਿਆਦਾ ਜਿਹੜੇ ਆ ਅੱਜ ਕੱਲ੍ਹ ਕੋਵਿਡ ਕਰਕੇ 5 ਬੰਦੇ ਸਿਰ ਪਿੱਛੇ ਬੈਠਦੇ ਨੇ, ਜ਼ਿਆਦਾ ਨਹੀਂ ਭੀੜ ਭਾੜ ਕਰਨ ਦਿੰਦੇ, ਹੈ ਨਾ। ਸੋ ਇਹ ਚੀਜ਼ ਨਿੱਕੀ ਜੀ ਸੀ, ਇਹਨੂੰ ਵੇਖਿਆ ਕਿਸੇ ਨੇ ਨਹੀਂ, ਪਰ ਆਮ ਜਨਤਾ ਨੂੰ ਪਤਾ ਹੀ ਨਹੀਂ ਹੈ। ਹੁਣ ਜਦੋਂ ਮੀਡੀਆ ਰਾਹੀਂ ਜਾਂ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਲੋਕਾਂ ਨੂੰ ਪਤਾ ਲੱਗਾ। ਮੈਂ ਹੁਣ ਇੱਕੋ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਵੇਖੋ, ਸਮੇਂ-ਸਮੇਂ 'ਤੇ ਨਵੀਆਂ ਚੀਜ਼ਾਂ ਲੈ ਕੇ ਆਉਣੀਆਂ ਚੰਗੀ ਗੱਲ ਆ, ਪਰ ਨਵੀਆਂ ਚੀਜ਼ੇ ਦੀ ਆੜ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕਰਨਾ ਸਾਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ। ਤੇ ਬੀਬੀ ਜੀ ਨੂੰ ਗੱਲ ਕਹਿਣਾ ਚਾਹੁੰਦਾ, ਬੀਬੀ ਜੀ ਜੇ ਤੁਹਾਨੂੰ ਪਰਮਾਤਮਾ ਨੇ ਕੁਰਸੀ ਬਖਸ਼ੀ ਆ ਨਾ, ਤੁਹਾਡੇ ਚੰਗੇ ਕਰਮ ਨੇ, ਤੇ ਕੋਈ ਚੰਗਾ ਕਰਕੇ ਜਾਓ, ਚੰਗਾ ਬੀਜ ਕੇ ਜਾਓ, ਠੀਕ ਆ। ਇਹ ਨਾ ਹੋਵੇ ਵੀ ਸੰਗਤ ਦੀਆਂ ਬਦਸੀਸਾਂ ਲੈ ਕੇ ਜਾਓ। ਜੋ ਭਾਈ ਮਣੀ ਸਾਹਿਬ ਤੋਂ ਵੇਲੇ ਤੋਂ ਜਿਹੜੀ ਮਰਿਆਦਾ ਚੱਲਦੀ ਆ ਰਹੀ ਆ, ਉਹਨੂੰ ਤੁਸੀਂ ਦੁਬਾਰਾ ਮੁੜ ਬਹਾਲ ਕਰੋ, ਤੇ ਸੰਗਤ ਦੀ ਜਿਹੜੀ ਆ ਇਹ ਰੋਸ਼ਾਂ ਨੂੰ ਠੱਲ ਕਿਤੇ ਨਾ ਕਿਤੇ ਮੈਂ ਕਹਿੰਦਾ ਪਾਈ ਜਾਵੇ। ਕੀ ਲੱਗਦਾ ਹੈ ਕਿ ਬੀਬੀ ਜਗੀਰ ਕੌਰ ਦੇ ਖਿਲਾਫ ਹੁਣ ਤੁਹਾਡੇ ਵੱਲੋਂ ਵੀ ਮੰਗ ਪੱਤਰ ਦਿੱਤੇ ਜਾਣਗੇ? ਕਿਉਂਕਿ ਮੰਗ ਪੱਤਰਾਂ ਦਾ ਸਿਲਸਿਲਾ ਤੇ ਪਹਿਲਾਂ ਤੋਂ ਬੜਾ ਚਿਰ ਦਾ ਚੱਲਦਾ ਆ ਰਿਹਾ, ਲੇਕਿਨ ਸੁਣਵਾਈ ਨਹੀਂ ਹੋ ਪਾਉਂਦੀ। ਦਵਿੰਦਰ ਵੀ ਜੀ ਲਗਾਤਾਰ ਹੀ ਆਪਾਂ ਕੋਸ਼ਿਸ਼ ਵੀ ਕਰਦੇ ਹਾਂ, ਸਰਸਾ ਵਾਲੇ ਨੂੰ ਲੈ ਕੇ ਵੀ ਅਸੀਂ ਮੰਗ ਪੱਤਰ ਦਿੱਤੇ, ਹੁਣ ਆਹ ਨਵਾਂ ਵਿਵਾਦ ਸ਼ੁਰੂ ਹੋ ਗਿਆ, ਇਹਨੂੰ ਲੈ ਕੇ ਵੀ ਅਸੀਂ ਜਿੱਦਾਂ ਵਾ ਹੁਣ ਮੰਗ ਪੱਤਰ ਦੇਣੇ ਸ਼ੁਰੂ ਕਰਨ। ਲੱਗਦਾ ਕਿ ਜਸਟਿਸ ਮਿਲ ਪਾਏਗਾ? ਵੀਰ ਜੀ, ਕਾਰਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ ਪੱਲੇ ਹੀ ਮੰਗ ਪੱਤਰ ਆ, ਹੋਰ ਕੁਝ ਹੈ ਨਹੀਂ ਆ। ਇਹ ਹਰ ਇੱਕ ਬੰਦਾ ਜੇ ਆਪਣਾ ਕੋਈ ਨਿੱਜੀ ਸਵਾਰਥ, ਜਿੱਦਾਂ ਹੁਣ ਮੰਨ ਲਓ ਜੇ ਗੱਲ ਕਰਦੇ ਆ ਤਾਂ ਫਿਰ ਕਈ ਲੋਕ ਕਹਿੰਦੇ ਨੇ ਕਿ ਕਿਸਾਨੀ ਮੁੱਦਿਆਂ ਦੇ ਉਲਟ ਗੱਲ ਕਰਦੇ ਆ, ਪਰ ਜਦੋਂ ਗੱਲ ਅਸੀਂ ਗੁਰੂ ਦੇ ਸਿਧਾਂਤ 'ਤੇ ਪਹਿਰਾ ਦੇਣਾ ਨਾ, ਸੱਚੀ ਗੱਲ ਕਰਨੀ ਆ, ਕਿਸੇ ਨੂੰ ਚੰਗੀ ਲੱਗਣੀ, ਕਿਸੇ ਨੂੰ ਮਾੜੀ ਲੱਗਣੀ ਆ, ਠੀਕ ਆ। ਹੁਣ ਕਿਸਾਨੀ ਮੁੱਦਿਆਂ 'ਤੇ ਹਰ ਬੰਦਾ ਉੱਥੇ ਪਹੁੰਚਿਆ, ਟਰਾਲੀਆਂ ਟਰੈਕਟਰ ਲੈ ਕੇ। ਜਦੋਂ 328 ਸਰੂਪਾਂ ਦਾ ਇੱਥੇ ਉਹ ਹਾਲ ਸੀ, ਕੀ ਗੱਲ ਕਿਸਾਨੀ ਮੁੱਦਿਆਂ ਨਾਲੋਂ ਵੱਧ ਕੇ ਆ? ਕਿ 328 ਸਰੂਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਕੇ ਕਿਸਾਨੀ ਮੁੱਦੇ ਆ?
ਦੁਨਿਆਵੀ ਮੁੱਦੇ ਆ, ਹੱਲ ਹੋ ਜਾਂਦੇ ਨੇ। ਪਰ ਜਿਹੜਾ ਸਾਡਾ ਰੂਹਾਨੀਅਤ ਦਾ ਕੇਂਦਰ ਆ, ਸਾਡਾ ਗੁਰੂ ਆ, ਸਾਡੇ ਸਿਰ ਦਾ ਤਾਜ ਆ, ਉਹਦੀ ਬੇਅਦਬੀ ਦਾ ਹੋ ਗਿਆ। ਤੇ ਮੈਂ ਕਹਿੰਦਾ ਜਨਤਾ ਇਕੱਠੀ ਨੂੰ ਉਦੋਂ ਕਿੱਥੇ ਗਏ ਸੀ ਸਾਰੇ ਰਾਜੇਵਾਲ ਦੂਜੇ ਤੇ ਜਿਹੜੇ ਸਾਰੇ ਕੀ ਗੱਲ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਲੇਕਿਨ ਕਿਤੇ ਨਾ ਕਿਤੇ ਉਹ ਵੀ ਦਹਿਸ਼ਤ 'ਚ ਹੋਣਗੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਕਿ ਜਿਹੜੀਆਂ ਇਹਨਾਂ ਵੱਲੋਂ ਜਿਹੜੇ ਲੋਕ ਅੰਦਰ ਰੱਖੇ ਗਏ ਨੇ ਜਾਂ ਟਾਸਕ ਫੋਰਸਾਂ ਜਿਹੜੀਆਂ ਰੱਖੀਆਂ ਗਈਆਂ ਨੇ, ਕੀ ਲੱਗਦਾ ਨਹੀਂ ਕਿ ਉਹਨਾਂ ਦੇ ਡਰ ਦੇ ਭੌ ਦੇ ਭੈ ਕਰਕੇ ਲੋਕ ਨਹੀਂ ਉੱਥੇ ਇਕੱਠੇ ਹੋ ਪਾ ਰਹੇ ਸੀਗੇ? ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਉਹ ਕਿੰਨਾ ਮੁਲਾਜ਼ਮ ਹੋਊਗਾ, 5000 10000 ਮੁਲਾਜ਼ਮ ਹੋਊਗਾ। ਗੁਰੂ ਦੀ ਸੰਗਤ ਕਿੰਨੀ ਆ? ਨਾਲੇ ਸੰਗਤ ਨੂੰ ਇਦਾਂ ਡਾਂਗਾ ਫੇਰ ਕੇ ਆਮ ਬੰਦੇ ਨੂੰ ਉੱਥੇ ਤੇ ਚੱਲ ਖੋਸੇ ਦਾ ਬਣਾਤਾ, ਵੀਡੀਓ ਬਣਾਤੀ, ਜਾਂ ਦੂਜੇ ਸਤਿਕਾਰ ਕਮੇਟੀ ਵਾਲਿਆਂ ਦਾ ਇੱਕ ਮੁੱਦਾ ਬਣਾਤਾ, ਮੈਂ ਨਸ਼ਾ ਕਰਦਾ ਸੀ, ਚੱਲ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਠਾਉਣਾ ਸੀ, ਉੱਥੋਂ ਮੋਰਚਾ ਉਰਦ ਖੁਰਦ ਕਰਨਾ ਸੀ, ਕਰ ਦਿੱਤਾ। ਪਰ ਜਿਹੜੀ ਆਮ ਸਿੱਖ ਸੰਗਤ ਆ, ਜੇ ਉਹ ਜਵਾਬ ਕੱਲਾ ਇਹਨਾਂ ਕੋਲੋਂ ਮੰਗੇ ਤਾਂ ਕਿਤੇ ਨਾ ਕਿਤੇ ਭੱਜਦੇ ਨਜ਼ਰ ਆਉਂਦੇ ਹੋਣਗੇ। ਲੇਕਿਨ ਬੀਬੀ ਜਗੀਰ ਕੌਰ ਹੁਣ ਦੇ ਟਨਿਓਰ ਦੇ ਵਿੱਚ ਹੁਣ 328 ਸਰੂਪਾਂ ਦਾ ਵੀ ਜਿਹੜਾ ਮਾਮਲਾ ਥੰਮਦਾ ਹੋਇਆ ਨਜ਼ਰ ਆ ਰਿਹਾ। ਕੀ ਲੱਗਦਾ ਹੈ ਕਿ ਦੁਬਾਰਾ ਚੁੱਕਣ ਦੀ ਜ਼ਰੂਰਤ ਆ, ਹਿਸਾਬ ਲੈਣ ਦੀ ਜ਼ਰੂਰਤ ਹੈ? ਕਿਉਂਕਿ ਹੁਣ ਤੇ ਸਿੱਖ ਜਥੇਬੰਦੀਆਂ ਵੀ ਚੁੱਪ ਹੋ ਕੇ ਬੈਠ ਗਈਆਂ ਨੇ ਸਾਰੀਆਂ। ਵੀਰ ਜੀ ਨਹੀਂ, ਸਿੱਖ ਜਥੇਬੰਦੀਆਂ ਚੁੱਪ ਨਹੀਂ ਹੋ ਕੇ ਬੈਠੀਆਂ। ਇੱਕ ਤਾਂ ਕਿਸਾਨੀ ਮੁੱਦਿਆਂ ਕਰਕੇ ਥੋੜ੍ਹਾ ਜਿਹਾ ਸਾਰੇ ਮਤਲਬ ਕਹਿੰਦੇ ਆ ਵੀ ਕਈ ਲੋਕ ਸੋਚਦੇ ਕਿ ਪਤਾ ਨਹੀਂ ਜਾਣਬੁੱਝ ਕੇ ਦੂਜੇ ਬੰਦੇ ਨੂੰ ਮੁੱਦਾ ਲੈ ਕੇ ਜਾਂਦੇ ਨੇ, ਕਿਉਂਕਿ ਲੋਕਾਂ ਦੇ ਪਰੇ ਜਿਹੜੇ ਘਰਾਂ ਬੈਠੇ ਕਮੈਂਟ ਕਰਦੇ ਆ ਨਾ, ਸੋਚ ਸਮਝ ਕੇ ਕਮੈਂਟ ਨਹੀਂ ਕਰਦੇ, ਉਹ ਗੰਭੀਰਤਾ ਨਹੀਂ ਸੋਚਦੇ, ਜੋ ਮੂੰਹ 'ਚ ਆਇਆ ਚੱਕ ਦੇਣਾ ਫੱਟੇ, ਕੋਈ ਗੱਲ ਨਹੀਂ, ਠੀਕ ਆ। ਤੇ ਨੰਬਰ 2 ਹੈ ਕਿ ਉਦੋਂ ਦਾ ਬਲਦੇਵ ਸਿੰਘ ਵਡਾਲਾ ਵੀ ਤੇ ਬੈਠੇ ਹੀ ਆ ਲਾ ਕੇ ਉਦੋਂ ਦਾ। ਲੇਕਿਨ ਜਦੋਂ ਇਕੱਠੇ ਸੀ ਉਦੋਂ ਕਿਉਂ ਨਹੀਂ ਬੈਠੇ ਉੱਥੇ? ਬਸ ਸਾਡੀ ਚੀਜ਼ਾਂ ਇਹ ਆ ਕਿ ਮੈਂ ਉਦੋਂ ਵੀ ਇਹੀ ਗੱਲ ਤਾਂ ਮੈਂ ਉਦੋਂ ਕਹੀ ਸਾਨੂੰ ਵੀ ਵਡਾਲਾ ਸਾਹਿਬ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਕਰਕੇ ਤੁਸੀਂ ਆਉਂਦੇ ਰਹੇ ਹੋ, ਤੇ ਕੀ ਗੱਲ ਤੁਸੀਂ ਉੱਥੇ ਜਾਂਦੇ ਨਹੀਂ? ਕਿਤੇ ਨਾ ਕਿਤੇ ਵੀ ਰਾਜਨੀਤੀ ਦਾ ਪਾਰਟ ਲੈ ਲਓ ਤੁਸੀਂ, ਵੀ ਹਾਂ ਵੀ ਮੈਨੂੰ ਪ੍ਰਧਾਨਗੀ ਮਿਲ ਜੇ, ਮੈਨੂੰ ਚਾਹਵਾਂ ਟਿਕਟ ਤਾਂ ਮਿਲ ਜੇ, ਕਿਤੇ ਇਹ ਵੀ ਹੋ ਸਕਦੀ ਆ। ਲੇਕਿਨ ਜੇ ਅਗਰ ਰਾਜਨੀਤੀ ਖੇਡੀ ਜਾਊਗੀ ਤਾਂ ਫਿਰ ਤੇ ਮੁੱਦਾ ਹੀ ਨਹੀਂ ਰਹਿ ਗਿਆ, ਫਿਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੱਕ ਹਿਸਾਬ ਦਾ ਮੁੱਦਾ ਬਣਾ ਕੇ ਬੈਠ ਗਏ ਬਸ। ਦਰਬਾਰ ਸਾਹਿਬ ਜਿਹੜਾ ਹਾਲਾਂਕਿ ਅਸੀਂ ਮੇਰੀ ਕਟਿੰਗ ਆ, ਮੇਰੇ ਨਾ ਕਈ ਹੋਰ ਸੱਜਣ ਵੀ ਨੇ, ਲੇਕਿਨ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਜ਼ਿਆਦਾ ਸਿਰ ਝੁਕਦਾ ਆ। ਲੇਕਿਨ ਕੀ ਲੱਗਦਾ ਨਹੀਂ ਕਿ ਆਪਾਂ ਹੀ ਖੁਦ ਹੀ ਜਿਹੜਾ ਆ ਉਹ ਕੀ ਨਾਮ ਮੁੱਦਾ ਬਣਾ ਕੇ ਬੈਠ ਜਾਂਦੇ ਆ ਕਿ ਮੁੱਦਾ ਬਣ ਗਿਆ ਬਸ, ਠੀਕ ਹੈ ਜੀ। ਹੁਣ ਵੀ ਮੇਰੇ ਖਿਆਲ ਨਾਲ 160 ਦਿਨ ਹੋ ਗਿਆ ਵਡਾਲਾ ਜੀ ਨੂੰ, ਮੇਰੇ ਖਿਆਲ ਨਾਲ ਉਹ ਵੀ ਚਾਹੁੰਦੇ ਹੋਣੇ ਕਿ ਕੋਈ ਬੰਦਾ ਆਵੇ ਤਾਂ ਮੈਨੂੰ ਉਠਾ ਕੇ ਇੱਥੋਂ ਚਲੇ ਜਾਵੇ, ਲੇਕਿਨ ਉਹ ਦੂਰ ਆ, ਸ਼ਾਇਦ ਨਹੀਂ ਹੋ ਸਕਦਾ। ਤੁਹਾਨੂੰ ਨਹੀਂ ਲੱਗਦਾ ਕਿ ਮੁੱਦੇ ਤੋਂ ਚੰਗਾ ਕਿ ਆਪਾਂ ਕੋਈ ਇਸ਼ੂ ਕ੍ਰੀਏਟ ਕਰਕੇ ਜਾਂ ਕੋਈ ਗੱਲ ਇਸ ਤਰ੍ਹਾਂ ਦੀ ਕਰੀਏ ਕਿ ਤਾਂ ਜੋ ਕਿ ਇਹਦਾ ਹੱਲ ਨਿਕਲ ਸਕੇ? ਕਿਸੇ ਹੱਲ ਤੁਹਾਨੂੰ ਮੈਂ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕੀ ਆ ਕਿ ਮੰਜੀ ਸਾਹਿਬ ਦੇ ਵਿੱਚ ਆਮ ਸਿੱਖ ਸੰਗਤ ਦੀ ਰਾਏ, ਕੋਈ ਵੀ ਮੁੱਦਾ ਕੋਈ ਵੀ ਕਿਤੇ ਹੁੰਦਾ, ਕੁਝ ਵੀ ਹੁੰਦਾ ਵਾ, ਤੇ ਕਮ ਸੇ ਕਮ ਆਮ ਸਿੱਖ ਸੰਗਤ ਦੇ ਵਿੱਚ ਮੌਜੂਦਾ ਤੁਸੀਂ ਪਹਿਲਾਂ ਰੱਖੋ। ਤੁਸੀਂ ਪਹਿਲੇ ਦਿਨ ਤੋਂ 328 ਸਰੂਪਾਂ ਦੀ ਗੱਲ ਕਰ ਲਓ, ਸਰੂਪ ਗਏ ਨੇ ਕਿਤੇ, ਸਰੂਪ ਕਈ ਕਹਿੰਦੇ ਨੇ ਜਲ ਗਏ ਸੀ, ਜਾਂ ਕਿਤੇ ਨਾ ਕਿਤੇ ਭੇਜੇ ਗਏ ਆ, ਜਾਂ ਪੈਸੇ ਖਾਦੇ, ਕੁਛ ਨਾ ਕੁਛ ਇਸ਼ੂ ਤੇ ਕ੍ਰੀਏਟ ਹੋਇਆ ਜਿਹੜਾ ਜਨਤਾ ਸਾਹਮਣੇ ਆਇਆ। ਤੇ ਜੇ ਤੁਹਾਡੇ ਕੋਲ ਜਾਣੇ ਅਣਜਾਣੇ ਗੁਰੂ ਘਰ ਰਹਿ ਕੇ ਗਲਤੀ ਵੀ ਹੋ ਗਈ ਸੀ ਕਿਤੇ, ਤੇ ਸੰਗਤ ਦੇ ਅੱਗੇ ਝੋਲੀ ਅੱਡ ਲੈਂਦੇ ਤਾਂ ਕਿੱਡੀ ਕਿਤੇ ਕਲਗੀ ਲੱਥ ਜਾਣੀ ਸੀ ਇਹਨਾਂ ਦੀ। ਤੇ ਹੁਣ ਜਿਹੜੀ ਦੂਸਰੀ ਗਲਤੀ ਹੋਈ, ਹੁਣ ਲੱਗਦਾ ਕਿ ਉਹ ਤੇ ਝੋਲੀ ਅੜੀ ਜਾ ਕਹਿੰਦਾ ਹੁਣ ਵੀ ਜੇ ਕਿਤੇ ਬੀਬੀ ਜਗੀਰ ਕੌਰ ਕਮ ਸੇ ਕਮ ਦਿਮਾਗ ਤੋਂ ਕੰਮ ਲਵੇ, ਤਾਂ ਹੁਣ ਵੀ ਜਿਹੜਾ ਇਹ ਕੰਮ ਨੇ ਕੀਤਾ ਵਾ ਨਾ, ਹੁਣ ਵੀ ਇਹ ਕਮ ਸੇ ਕਮ ਸੰਗਤ ਨੂੰ ਕਹੇ ਵੀ ਨਹੀਂ ਜਾਣੇ ਅਣਜਾਣੇ ਮੇਰੇ ਕੋਲ ਆਹ ਚੀਜ਼ ਹੋ ਗਈ ਹੈ, ਇਹਦਾ ਕਾਰਨ ਆਹ ਸੀ, ਠੀਕ ਆ, ਇਸ ਕਰਕੇ ਕਰਨਾ ਚਾਹੁੰਦੀ। ਜੇ ਸੰਗਤ ਨੂੰ ਨਹੀਂ ਇਹ ਚੀਜ਼ ਮਨਜ਼ੂਰ ਹੈਗੀ ਤੇ ਫਿਰ ਕੀ ਮੁੜ ਬਹਾਲ ਕੀਤਾ ਜਾਵੇ, ਸੰਗਤ ਦੀ ਮੰਗ ਹੈ, ਇਹਦੇ 'ਚ ਕਿਹੜੀ ਗੱਲ ਆ। ਤੇ ਜੇ ਕਿਤੇ ਨਾ ਕਿਤੇ ਨਹੀਂ ਇਹ ਚੀਜ਼ਾਂ ਕਰਦੇ ਤੇ ਮੈਂ ਸਮਝਦਾ ਕਿ ਇਹਨਾਂ ਦੀ ਪ੍ਰਧਾਨਗੀ ਦਾ ਕੀੜਾ ਜਿਹੜਾ ਉਹ ਸਿਰ ਚੜ੍ਹ ਕੇ ਬੋਲਦਾ। ਕਿਤੇ ਲੱਗਦਾ ਨਹੀਂ ਆਸਥਾ ਨੂੰ ਵੀ ਠੇਸ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ? ਭਾਜੀ ਆਸਥਾ ਤੇ ਜਿਹੜੀ ਹੈਗੀ ਆ, ਗੁਰ ਮਰਿਆਦਾ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਨਾਲ ਦੇ ਨਾਲ ਨਾ। ਕੱਲੀ ਆਸਥਾ ਨਾ ਦੇਖੋ ਤੁਸੀਂ, ਇਹ ਪ੍ਰਧਾਨਗੀਆਂ ਦੀ ਆੜ ਦੇ ਵਿੱਚ, ਨਿੱਜੀ ਰੰਸ਼ਾਂ ਦੀ ਆੜ ਦੇ ਵਿੱਚ ਇਹ ਕਿਤੇ ਨਾ ਕਿਤੇ ਗੁਰ ਮਰਿਆਦਾ ਦੀ ਘਾਣ ਕੀਤੀ ਜਾ ਰਹੀ ਆ। ਕੁਝ ਪੁਰਾਣਾ ਜਿਹੜਾ ਇਤਿਹਾਸ ਆ ਉਹਦੇ ਨਾਲ ਵੀ ਛੇੜਛਾੜ ਹੁੰਦੀ ਆ, ਕਿਤੇ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਆਰਐਸਐਸ ਤੋਂ ਖਤਰਾ ਨਹੀਂ ਆ, ਸਾਨੂੰ ਅੱਜ ਆਪਣਿਆਂ ਤੋਂ ਖਤਰਾ ਵਾ, ਜਿਹੜੇ ਸਾਡੇ ਕੁਰਸੀਆਂ ਤੇ ਕਾਬਜ ਹੋ ਕੇ ਬੈਠੇ ਨੇ, ਜਿਹੜੇ ਆਪਣੇ ਆਪ ਨੂੰ ਜਥੇਦਾਰ ਖਵਾਉਂਦੇ ਨੇ, ਆਪਣੇ ਆਪ ਨੂੰ ਪ੍ਰਧਾਨ ਖਵਾਉਂਦੇ ਨੇ, ਜਿਹੜੇ ਨਾ ਕੌਮ ਦੇ ਨੁਮਾਇੰਦੇ ਖਵਾਉਂਦੇ ਨੇ, ਸਾਨੂੰ ਖਤਰਾ ਜੋ ਉਹਨਾਂ ਤੋਂ ਆ ਮੇਰੇ ਵੀਰ। ਬੀਤੇ ਦਿਨ ਵੀ ਇੱਕ ਮੰਗ ਪੱਤਰ ਜਿਹੜਾ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ, ਹੁਣ ਤੁਹਾਡੇ ਵੱਲੋਂ ਜਾਂ ਤੁਹਾਡੀ ਸਿੱਖ ਜਥੇਬੰਦੀ ਵੱਲੋਂ ਵੀ ਮੰਗ ਪੱਤਰ ਦਿੱਤਾ ਜਾਏਗਾ ਅਕਾਲ ਤਖਤ ਸਾਹਿਬ ਤੇ? ਵੀਰ ਜੀ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ, ਸਾਰੀਆਂ ਸੰਪਰਦਾਵਾਂ ਨੂੰ, ਸੁਸਾਇਟੀਆਂ ਨੂੰ ਬੇਨਤੀ ਕਰਦਾ, ਹਰ ਸਿੱਖ ਜਥੇਬੰਦੀ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਕਾਰਨ ਹੈ ਕਿ ਹਰ ਆਮ ਬੰਦੇ ਨੂੰ ਮੇਰੇ ਖਿਆਲ ਨਾਲ ਅੱਜ ਤੱਕ ਨਹੀਂ ਪਤਾ ਇਹ ਪਤਾਸਿਆਂ ਦਾ ਰੌਲਾ ਜਿਹੜਾ, ਹੁਣ ਸੰਗਤ ਨੂੰ ਜਦੋਂ ਪਤਾ ਲੱਗੇਗਾ ਤੇ ਫਿਰ ਜਾ ਕੇ ਦੱਸੂਗੀ ਸੰਗਤ। ਤੇ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਆਪਣਾ ਗੁਰੂ ਦੇ ਪ੍ਰਤੀ, ਇੱਕ ਆਪਣੀ ਆਸਥਾ ਦੇ ਪ੍ਰਤੀ, ਇੱਕ ਆਪਣਾ ਨਿੱਜੀ ਫਰਜ਼ ਸਮਝ ਕੇ ਤੁਸੀਂ ਕੱਲਾ ਅਕਾਲ ਤਖਤ ਸਾਹਿਬ ਵੀ ਮੰਗ ਪੱਤਰ ਦੇ ਕੇ ਆਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਵੀ ਮੰਗ ਪੱਤਰ ਦੇ ਕੇ ਆਓ, ਪ੍ਰਧਾਨ ਦੇ ਵੀ, ਕਿਉਂਕਿ ਐਡੀ ਗੱਲ ਨਹੀਂ ਹੈ ਕਿ ਉਹਨਾਂ ਦੇ ਸਿੰਘ ਲੱਗੇ ਕਿ ਤੁਹਾਨੂੰ ਜਾਂਦੇ ਸਾਰੀ ਸਿੰਘਾਂ ਤੇ ਚੁੱਕ ਲੈਣਗੇ। ਸਾਡਾ ਫਰਜ਼ ਬਣਦਾ, ਇੰਜ ਆਏ ਦਿਨ ਇਹ ਗੁਰਮਰਿਆਦਾ ਦਾ ਘਾਣ ਕਰੀ ਜਾਣਗੇ ਤੇ ਅਸੀਂ ਚੁੱਪ ਕਰਕੇ ਰਮਾਨਾ ਸਹਿਣ ਕਰੀ ਜਾਵਾਂਗੇ। ਕੱਲ੍ਹ ਨੂੰ ਤਾਂ ਫਿਰ ਇਹ ਦਰਬਾਰ ਸਾਹਿਬ ਦੀ ਬੋਲੀ ਲਾ ਦੇਣਗੇ ਫਿਰ ਇਹ ਲੋਕ ਤਾਂ, ਠੀਕ ਹੈ ਨਾ। ਇਸ ਬੜੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਆ ਮੇਰੇ ਵੀਰੇ, ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ। ਹਾਲਾਂਕਿ ਲਗਾਤਾਰ ਹੀ ਬੀਬੀ ਜਗੀਰ ਕੌਰ ਦਾ ਟਨਿਓਰ ਜਿਹੜਾ ਸੀਗਾ ਬੜਾ ਸਾਫ਼ ਸੁਥਰਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਸੀਗਾ, ਲੇਕਿਨ 328 ਸਰੂਪਾਂ ਤੋਂ ਬਾਅਦ ਹੁਣ ਇੱਕ ਨਵਾਂ ਵਿਵਾਦ ਜਿਹੜਾ ਆ, ਜੋ ਕਿ ਪਤਾਸਾ ਪ੍ਰਸ਼ਾਦ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਮਿਲਦਾ ਸੀਗਾ, ਵਿਦੇਸ਼ ਜਾਣ ਲੱਗੇ ਲੋਕ ਜਿਹੜੇ ਸੀਗੇ ਨਤਮਸਤਕ ਹੁੰਦੇ ਸੀਗੇ ਇੱਥੇ ਆ ਕੇ, ਤੇ ਉਹ
ਵਿਦੇਸ਼ ਵੀ ਜਿਹੜਾ ਪ੍ਰਸ਼ਾਦ ਜਿਹੜਾ ਸੀਗਾ ਲੈ ਕੇ ਜਾਂਦੇ ਸਨ, ਲੇਕਿਨ ਉਹ ਪ੍ਰਸ਼ਾਦ ਨੂੰ ਜਿਹੜਾ ਹੈ ਹੁਣ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕਈ ਟਕਸਾਲੀ ਆਗੂਆਂ ਵੱਲੋਂ ਜਿਹੜਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਈ ਜਿਹੜਾ ਮੰਗ ਪੱਤਰ ਵੀ ਦਿੱਤਾ ਗਿਆ। ਬੀਤੇ ਦਿਨੀ ਵੀ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਸੀਗੇ ਉਹਨਾਂ ਵੱਲੋਂ ਵੀ ਜਿਹੜਾ ਮੰਗ ਪੱਤਰ ਜਿਹੜਾ ਦਿੱਤਾ ਗਿਆ ਸੀਗਾ, ਸਤਚਾਨ ਸਿੰਘ ਜੀ, ਪ੍ਰੋਫੈਸਰ ਸਤਚਾਨ ਸਿੰਘ ਵੱਲੋਂ ਵੀ ਮੰਗ ਪੱਤਰ ਜਿਹੜਾ ਸੀਗਾ ਦਿੱਤਾ ਗਿਆ ਸੀਗਾ। ਹੁਣ ਦਵਿੰਦਰ ਵੀਰ ਜੀ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਨੂੰ ਉੱਥੇ ਜਾ ਕੇ ਮੰਗ ਪੱਤਰ ਜਿਹੜਾ ਜ਼ਰੂਰ ਦੇਣਾ ਚਾਹੀਦਾ, ਤਾਂ ਜੋ ਕਿ ਸਾਡਾ ਜੋ ਪੁਰਾਤਨਤਾ ਜਿਹੜੀ ਸਾਡੀ ਹੈਗੀ ਆ ਉਹਨੂੰ ਜਿਹੜਾ ਆ ਕਾਬਜ਼ ਰੱਖਿਆ ਜਾ ਸਕੇ, ਉਹਨੂੰ ਬਚਾਇਆ ਜਾ ਸਕੇ। ਦੂਸਰੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਇੱਕ ਪ੍ਰਪੋਜ਼ਲ ਰੱਖਣੀ ਚਾਹੀਦੀ ਆ, ਉਸ ਪ੍ਰਪੋਜ਼ਲ ਦੇ ਥਰੂ ਹੀ ਹਰ ਇੱਕ ਚੀਜ਼ ਨੂੰ ਜਿਹੜਾ ਆ ਇੰਪਲੀਮੈਂਟ ਕਰਨਾ ਚਾਹੀਦਾ, ਤਾਂ ਜੋ ਕਿ ਸਿੱਖ ਸੰਗਤਾਂ ਅਤੇ ਹੋਰ ਸੰਗਤਾਂ ਨੂੰ ਜਿਹੜਾ ਆ ਉਹ ਠੇਸ ਨਾ ਪਹੁੰਚ ਸਕੇ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।